ਉਹਦੇ ਗੁਰੂ ਸਾਹਿਬ ਨੇ ਵੀ ਕਿਹਾ ਸੀਗਾ, ਕਰੇ ਨਿਤ ਅਨਰਥੰ ਸਮਰਥੰ ਨਾ ਏਤੇ। ਐਸੇ ਬੰਦੇ ਹੋਣਗੇ ਜਿਹੜੇ ਸਮਰੱਥ ਨਹੀਂ ਹੋਣਗੇ ਪਰ ਅਰਥ ਦਾ ਅਨਰਥ ਕਰਨਗੇ। कृष्णा अवतार लिख रहे हैं, कह रहे हैं दसम कथा भगवत की बाखा करी बनाए, अवर वासना ना है प्रभ धर्म युद्ध को चाहे। मकसद दसी जा रहे, पर एक वार्निंग है, तुसी रब नू कृष्ण कह सकते हो, कृष्ण नू रब नहीं कह सकते। पर हुण कंकलूड कर रहे राम अवतार, कहते राम और रावण की कहानी बड़ी सोहनी, बहुत वधिया, जंग भी बड़ा वधिया, पर साध असाध जानो नहीं, बात सुबाद विवाद। साध की है ते साध की है, ये विवाद का विषय, मैं झगड़े च नहीं पैंदा। सो जिहड़ी चीज़ नूं समझेगा नहीं, उस चीज़ नूं समझ ही नहीं सकता। ਉਹਦੇ ਗੁਰੂ ਸਾਹਿਬ ਨੇ ਵੀ ਕਿਹਾ ਸੀਗਾ, ਕਰੇ ਨਿਤ ਅਨਰਥੰ ਸਮਰਥੰ ਨਾ ਏਤੇ। ਐਸੇ ਬੰਦੇ ਹੋਣਗੇ ਜਿਹੜੇ ਸਮਰੱਥ ਨਹੀਂ ਹੋਣਗੇ ਪਰ ਅਰਥ ਦਾ ਅਨਰਥ ਕਰਨਗੇ। ਫਿਰ ਨਾਲ ਇਹ ਵੀ ਕਹਿਤਾ, ਕੋਈ ਚਿੰਤਾ ਦੀ ਗੱਲ ਵੀ ਨਹੀਂ, ਅੰਤ ਬਹੁ ਬਰਪਾਨ ਜੋ ਮਤ ਆਪ ਹੀ ਮਿਟ ਜਾਏਂਗੇ। ਗੁਰੂ ਸਾਹਿਬ ਦੇ ਬਾਰੇ ਵੀ ਤੇ ਕਿੰਨਾ ਕੁਝ ਲਿਖਣ ਵਾਲੇ ਲਿਖਦੇ ਗਏ, ਬੋਲਦੇ ਗਏ ਹੈਗੇ। ਗੱਲ ਇਹ ਹੈ, ਸਭ ਤੋਂ ਪਹਿਲੀ ਚੀਜ਼ ਤਾਂ ਇੱਕ ਪੁਰਾਤਨ ਸਿੰਘ ਜਿਹੜੇ ਸੀ ਨਾ, ਉਹ ਇੱਕ ਲਫ਼ਜ਼ ਵਰਤਦੇ ਸੀ, ਸਤਿ ਸ੍ਰੀ ਅਕਾਲ। ਅਗਲਾ ਲਫ਼ਜ਼ ਹੁੰਦਾ ਸੀ ਗੁਰਬਰ ਅਕਾਲ। ਇਹ ਬਹੁਤ ਇੰਪੋਰਟੈਂਟ ਹੈ, ਅਸੀਂ ਭੁੱਲ ਗਏ ਹਾਂ, ਅਸੀਂ ਨਹੀਂ ਯਾਦ ਰਿਹਾ। ਸਤਿ ਸ੍ਰੀ ਅਕਾਲ, ਗੁਰਬਰ ਅਕਾਲ। ਗੁਰਬਰ ਅਕਾਲ ਦਾ ਅਰਥ ਹੈ ਗੁਰੂ ਬਰਾਬਰ ਹੈ ਅਕਾਲ ਦੇ, ਗੁਰੂ ਬਰਾਬਰ ਹੈ। ਮੇਰੀ ਪਹਿਲੀ ਪੀੜ੍ਹੀ, ਮੇਰੇ ਬਜ਼ੁਰਗ, ਮੇਰੇ ਵਾਲਦ ਸਾਹਿਬ, ਮੇਰੇ ਪਿਤਾ ਜੀ, ਉਹ ਗੁਰਬਰ ਅਕਾਲ ਨੂੰ ਅਮਲੀ ਤੌਰ ਤੇ ਮੰਨਦੇ ਸੀ ਕਿ ਗੁਰੂ ਅਕਾਲ ਪੁਰਖ ਦਾ ਨਿਜ ਸਰਗਣ ਸਰੂਪ ਹੈ। ਹੁਣ ਜੇ ਅਕਾਲ ਪੁਰਖ ਦਾ ਸਰਗਣ ਸਰੂਪ ਹੈ, ਮੈਂ ਇਹ ਸਵਾਲ ਕਰਾਂ ਕਿ ਉਹ ਇਹ ਕਰ ਸਕਦਾ, ਕਿ ਉਹ ਬੋਲ ਸਕਦਾ, ਕਿ ਉਹ ਲਿਖ ਸਕਦਾ? ਮੇਰਾ ਖਿਆਲ ਹੈ ਮੂਰਖਤਾ ਹੋਏਗੀ। ਗੱਲ ਹੈ ਉਸ ਚੀਜ਼ ਨੂੰ ਸਮਝੇ ਬਿਨਾ, ਕਿਉਂਕਿ ਜਦੋਂ ਉਸ ਚੀਜ਼ ਨੂੰ, ਹੁਣ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸੀ ਨਾ ਕਿ कृष्णा अवतार लिख रहे हैं, कह रहे हैं दसम कथा भगवत की बाखा करी बनाए, अवर वासना ना है प्रभ धर्म युद्ध को चाहे। मकसद दसी जा रहे। कृष्णा श्री कृष्ण दी जीवनी बड़ी कलरफुल है, बहुत ही कलरफुल जीवनी है। ਉਹਨਾਂ ਦਾ ਬਾਲਪਨ, ਉਹਨਾਂ ਦੀ ਜਵਾਨੀ, ਉਹਨਾਂ ਦਾ ਰਾਜ, ਉਹਨਾਂ ਦੀ ਨੀਤੀ, ਉਹਨਾਂ ਦਾ ਰਣਨੀਤੀ ਸਾਰੀ ਕਮਾਲ ਦੀ ਚੀਜ਼ ਹੈ। ਗੁਰੂ ਸਾਹਿਬ ਨੂੰ ਕੋਈ ਉਸ ਨਾਂ ਨਾਲ ਕੋਈ ਦਿੱਕਤ ਨਹੀਂ ਹੈ। ਉਹਨਾਂ ਨੇ ਤੇ ਵਾਹਿਗੁਰੂ ਨੂੰ ਵੀ ਕਿਹਾ ਤੁਸੀਂ ਕ੍ਰਿਸ਼ਨ ਨਾਂ ਰੱਖ ਲਓ, ਕੋਈ ਹਰਜ ਨਹੀਂ। ਉਹਨੂੰ ਕ੍ਰਿਸ਼ਨ ਦੇ ਨਾਂ ਨਾਲ ਵੀ ਵਾਹਿਗੁਰੂ ਨੂੰ ਮਨਾ ਲਓ, ਕੋਈ ਹਰਜ ਨਹੀਂ। ਬਿੰਦਰਾਵਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉ ਰੇ, ਐ ਵਾਹਿਗੁਰੂ ਮੇਰੇ ਹਿਰਦੇ 'ਚ ਕ੍ਰਿਸ਼ਨ ਬਣ ਕੇ ਗਊਆਂ ਚਰਾ, ਮੇਰੇ ਹਿਰਦੇ ਦੇ ਬੇਲੇ ਦੇ ਵਿੱਚ, ਮੈਨੂੰ ਕੋਈ ਇਤਰਾਜ਼ ਨਹੀਂ। ਪਰ ਇੱਕ ਵਾਰਨਿੰਗ ਹੈ, ਤੁਸੀਂ ਰੱਬ ਨੂੰ ਕ੍ਰਿਸ਼ਨ ਕਹਿ ਸਕਦੇ ਹੋ, ਕ੍ਰਿਸ਼ਨ ਨੂੰ ਰੱਬ ਨਹੀਂ ਕਹਿ ਸਕਦੇ। ਇਹ ਸਮਝਣ ਵਾਲੀ ਗੱਲ ਹੈ। ਬਿਲਕੁਲ ਠੀਕ ਹੈ ਨਾ। ਇਹ ਜਿਹੜਾ ਜਿੰਨੀ ਦੇਰ ਤੱਕ ਇਹ ਭੇਦ ਨਹੀਂ ਆਏਗਾ, ਹੁਣ ਉਹਦੇ 'ਚ ਆ ਗਿਆ ਜੀ, ਉਹ ਨਾਮ ਆ ਗਿਆ ਜੀ ਰਾਮ ਦਾ ਜੀ, ਉਹਦਾ ਜੀ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਦਸ਼ਰਥ ਪੁੱਤਰ ਰਾਮ ਬਾਰੇ ਇਹ ਆਇਆ ਹੈ ਕਿ ਗੁਰਮੁਖ ਬੰਧਿਓ ਸੇਤ ਵਿਧਾਤੇ ਹਵਾਲਾ ਦਿੱਤਾ। ਹੁਣ ਰਾਮਚੰਦਰ ਨੂੰ ਗੁਰਮੁਖ ਕਿਹਾ। ਹੁਣ ਜੇ ਕਿਸੇ ਨੂੰ ਗੁਰਮੁਖ ਕਹੇ ਜੀ ਰਾਮਚੰਦਰ ਜੀ ਗੁਰਮੁਖ ਸਨ, ਉਹ ਤੁਸੀਂ ਕਹੋ ਜੀ ਇਹ ਕੀ ਬੋਲੀ ਜਾਂਦਾ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਗੁਰਮੁਖ ਬੰਧਿਓ ਸੇਤ ਵਿਧਾਤੇ, ਪਰ ਪੂਰਾ ਜਿਹੜਾ ਕ੍ਰਿਸ਼ਨਾ ਅਵਤਾਰ ਵੀ ਜਿਸ ਵੇਲੇ ਲਿਖ ਰਹੇ ਹੈ, ਕ੍ਰਿਸ਼ਨ ਲੀਲਾ ਦੇ ਵਿੱਚ, ਕ੍ਰਿਸ਼ਨ ਚਰਿੱਤਰ ਦੇ ਵਿੱਚ ਅਖੀਰਲਾ ਜਿਹੜਾ ਰੂਪ ਹੈ ਕ੍ਰਿਸ਼ਨ ਦਾ, ਉਹ ਰਣਛੋੜ ਜੀ ਹੈ। ਸ਼੍ਰੀ ਕ੍ਰਿਸ਼ਨ ਦਾ ਗਲਤ ਨਹੀਂ ਹੈ, ਸਹੀ ਦੀ ਗਲਤ ਨਹੀਂ ਹੈਗੀ। ਉਹਨਾਂ ਦਾ ਜੀਵਨ ਹੈ, ਉਹਨਾਂ ਦਾ ਉਸ ਤਰ੍ਹਾਂ ਦਾ ਜੀਵਨ ਹੈ, ਉਹਨਾਂ ਦਾ ਉਸ ਤਰ੍ਹਾਂ ਦਾ, ਉਹਨਾਂ ਨੂੰ ਨਾਟਕ ਮਿਲਿਆ ਉਹ ਕਰ ਰਹੇ ਹੈ, ਜਿਹੜਾ ਰੱਬ ਵੱਲੋਂ ਮਿਲਿਆ ਹੈਗਾ ਕਰ ਰਹੇ ਹੈ। ਔਰ ਉਹਦੇ ਵਿੱਚ ਉਹ ਕ੍ਰਿਸ਼ਨ ਜਿਹੜੇ ਹੈ ਉਹ ਰਣਛੋੜ ਜੀ। ਅੱਜ ਤੁਸੀਂ ਗੁਜਰਾਤ ਵਿੱਚ ਜਾਓ, ਬਹੁਤ ਨਾਮ ਮਿਲਣਗੇ ਰਣਛੋੜ ਜੀ। ਤੁਸੀਂ ਟੈਲੀਫੋਨ ਡਾਇਰੈਕਟਰੀ ਦੇਖੋ, ਵੱਧ ਤੋਂ ਵੱਧ ਨਾਂ ਰਣਛੋੜ ਜੀ ਹੋਣਗੇ। ਹੁਣ ਕਦੀ ਰਣਛੋੜ ਜੀ ਦਾ ਮਤਲਬ ਸਮਝੋ, ਰਣ ਛੱਡ ਦਿੱਤਾ। ਕ੍ਰਿਸ਼ਨਾ ਅਵਤਾਰ ਲਿਖ ਰਹੇ ਹੈ ਗੁਰੂ ਸਾਹਿਬ, ਔਰ ਕਹਿ ਕੀ ਰਹੇ ਹੈ, अवर वासना ना ही प्रभ धर्म। ਉਹਦੇ 'ਚ ਕਹਿ ਰਹੇ, हे रब हे सस हे करुणानिधि, मेरी अभय बेनती सुन लीजिए, और न मांगत हो तुम ते कर चाहत हो चित में सोई कीजे, शस्त्रन स्योत हीरण भीतर जूझ मरो तो साच भतीजे। उथे रणजूझ ਦੀ ਗੱਲ ਕਰ ਰਹੇ, मैं रणजूझ ਬਣਾਂਗਾ, मैं रणछोड़ नहीं ਬਣਾਂਗਾ। ਕੀ ਬਾਤ ਹੈ ਜੀ, ਕੀ ਬਾਤ। ਗੱਲ ਬੜੀ ਸਿੰਪਲ ਹੈ। ਯਾਨੀ ਉਹਨਾਂ ਨੂੰ ਇਸ ਨੂੰ ਕਿਹਾ ਜਾਂਦਾ ਹੈ ਉਸ਼ਟ ਲਸ਼ਟਿਕਾ ਮੋਸ਼ਨ ਅਲੰਕਾਰ। ਪੁਸ਼ਟ ਲਸ਼ਿਕਾ, ਊਂਠਾਂ ਵਾਲੇ ਜਦੋਂ ਊਂਠ ਲੱਦ ਕੇ ਲਿਜਾਂਦੇ ਹੁੰਦੇ ਆ, ਲੱਕੜਾਂ ਲੱਦੀਆਂ, ਊਂਠ ਰੁਕਦਾ ਹੈ, ਇੱਕ ਲੱਕੜ ਕੱਢ ਕੇ ਉਹਨੂੰ ਠੋਕਦੇ ਆ, ਫਿਰ ਊਂਠ ਲੱਕੜ ਵਾਪਸ। ਗੁਰੂ ਸਾਹਿਬ ਨੂੰ ਕੋਈ ਇਤਰਾਜ਼ ਨਹੀਂ ਹੈ ਸ਼੍ਰੀ ਰਾਮ ਨੂੰ ਗੁਰਮੁਖ ਰਾਮ ਕਹਿੜੇ 'ਚ, ਕ੍ਰਿਸ਼ਨ ਨੂੰ
ਧੰਨ ਧੰਨ ਮਾਤਾ ਦੇਵਕੀ ਉਹਨਾਂ ਨੂੰ ਕਹਿਣੇ 'ਚ ਕੋਈ ਇਤਰਾਜ਼ ਨਹੀਂ ਹੈ, ਪਰ ਦੋਨਾਂ 'ਚ ਫਰਕ ਹੈ ਕਿ ਗੁਰੂ ਸਾਹਿਬ ਨੇ ਉਸਤਤ ਕੀਤੀ ਹੈ, ਸਤੁਤੀ ਕੇਵਲ ਪਰਮਾਤਮਾ ਦੀ ਹੈ। ਸਤੁਤੀ ਤੇ ਉਸਤਤ ਵਿੱਚ ਬੜਾ ਫਰਕ ਹੈ। ਦੇਵੀ ਜੂ ਕੀ ਉਸਤਤ, ਉਸਤਤ ਹੈ ਕਿਸੇ ਦੀ ਤਾਰੀਫ ਕਰਨੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਔਰੰਗਜ਼ੇਬ ਦੀ ਵੀ ਕੀਤੀ ਹੈ। ਹੁਣ ਤੁਸੀਂ ਕਿਸੇ ਦੁਸ਼ਮਣ ਦੀ ਵੀ ਉਹਦੀ ਰਣ ਕੌਸ਼ਲ ਦੀ ਅਗਰ ਤਾਰੀਫ ਕਰਦੇ ਹੋ, ਇਹ ਕੋਈ ਗਲਤ ਨਹੀਂ ਹੈ, ਕੋਈ ਹਰਜ ਨਹੀਂਗਾ, ਠੀਕ ਹੈ। ਸਾਡੇ ਦੁਸ਼ਮਣਾਂ ਨੇ ਵੀ, ਜਿਵੇਂ ਕਾਜ਼ੀ ਨੂਰ ਮੁਹੰਮਦ ਨੇ ਸਿੱਖਾਂ ਦੀ ਬੜੀ ਤਾਰੀਫ ਵੀ ਕੀਤੀ ਹੈ, ਪਰ ਇਹ ਨਹੀਂ ਕਿ ਉਹਨੇ ਸਿੱਖ ਧਰਮ ਅਪਣਾ ਲਿਆ ਜਾਂ ਸਿੱਖ ਮਤ ਨੂੰ ਅਪਣਾ ਲਿਆ। ਸੋ ਗੁਰੂ ਸਾਹਿਬ ਜਦੋਂ ਕ੍ਰਿਸ਼ਨ ਅਵਤਾਰ ਲਿਖ ਰਹੇ ਆ, ਔਰ ਉਹ ਵੀ 21 ਸਾਲ ਦੀ ਉਮਰ 'ਚ ਭੰਗਾਣੀ ਦੇ ਯੁੱਧ ਤੋਂ ਪਹਿਲੇ, ਔਰ ਉਸ ਨੂੰ ਚਰਿਤਾਰਥ ਕੀਤਾ ਹੈ 2 ਸਾਲ ਬਾਅਦ। ਜੇ ਰਾਮਾ ਅਵਤਾਰ ਲਿਖ ਰਹੇ ਆ, ਬੜਾ ਕੁਝ ਲਿਖ ਰਹੇ ਆ, ਸਾਰਾ ਕੁਝ ਲਿਖ ਰਹੇ ਆ, ਔਰ ਉਹਦੇ 'ਚ ਕਈ ਕੁਝ ਉਹਦੇ 'ਚ ਤਾਰੀਫ ਵੀ ਕਰਦੇ, ਕਹਿੰਦੇ ਜ਼ੁਲਫੇ ਹਸੀਨ ਜਾ ਕੀ, ਮਾਦਕ ਸ਼ਰਾਬ ਪੀਨੇ, ਕਿੰਨਾ ਕੁਝ ਉਹਦੇ ਬਾਰੇ ਲਿਖਿਆ। ਪਰ ਅਖੀਰ ਦੇ ਵਿੱਚ ਕਿਹਾ ਕਿ ਰਾਮ ਕਥਾ ਜੁਗ ਜੁਗ ਅਟਲ, ਇਹ ਰਾਮ ਦੀ ਕਹਾਣੀ ਜੁਗ, ਔਰ ਵਾਕਈ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਰਾਮ ਕਾਰ ਬਿਲਕੁਲ ਦੁੱਖ ਲਗੇ ਨਾ ਪਾਈ। ਰਾਮ ਦੀ ਕਾਰ ਜਿਹੜੀ ਹੈ ਉਹ ਲਕੀਰ ਹੈ, ਕਦੀ ਨਹੀਂ ਮਿਟ ਸਕਦੀ। ਹਵਾਲੇ ਆਏ, ਸਾਰਾ ਕੁਝ ਆਏ, ਪਰ ਅਖੀਰ ਵਿੱਚ ਕਨਕਲੂਡ ਕੀ ਕਰਦੇ ਆ ਗੁਰੂ ਸਾਹਿਬ? ਕਦੀ ਉਹਨਾਂ ਦਾ ਉਹ ਜਿਹੜਾ ਵਰਣਨ ਹੈ, ਸਾਹਿਤਕ ਪੱਖ ਵੀ ਜੇਕਰ ਲੈ ਲਿਆ ਜਾਏ ਤਾਂ ਇਤਨਾ ਕਮਾਲ ਦਾ ਉਹ ਹੈਗਾ, ਜਿਹੜਾ ਬੰਦਾ ਕਦੀ ਉਹਦੇ 'ਚ ਹੀ ਖੁੱਭ ਜਾਂਦਾ। ਬਿਲਕੁਲ ਕਿ ਰਾਵਣ ਦੀ ਵੋਟੀ ਮੰਦੋਦਰੀ ਉਹਨੂੰ ਕਹਿ ਰਹੀ ਹੈ, ਮੰਦੋਦਰੀ ਉਸ ਨੂੰ ਕਹਿ ਰਹੀ ਹੈ ਕਿ ਕੀ ਤੂੰ ਮਤਲਬ ਕਿਉਂ ਸੀਤਾ ਚੁੱਕ ਲਿਆ, ਉਹਨੂੰ ਵਾਪਸ ਦੇ ਦੇ। तो कह रहे चौर चंद्रंग करंग छत्र सूरज धरंग वेद ब्रह्मा रंग द्वार मेरे पाक पावंग करण वीर वरणंग धरंग जच विद्या धरंग कीन चेहरे। बिल्कुल गुरु ग्रंथ साहब की ट्रांसलेशन है। चंद सूरज जाके तप्त रसोई पैसंतर जाके कपड़े धोए, बिल्कुल है। कितनी उहदे च है। और फिर वो कह रहे हैं मदोदरी कहती कितनी सॉफ्टनैस है साहित्यक पक्ष तो कलम विच। गुरु गोबिंद सिंह साहब की कलम है, मूँह मंदोदरी के मूँह च पा के कह रहे हैं, कहती है सूरबीरा सजे घोर बाजे बजे भाज कंता सुने राम आए। बल मारियो बली सिंध पाटियो जिन्हें राम अवतार सोई कहाए। ब्याद जीतियो जिन्हें जंब मारियो उन्हें तिन ताहू से बैर कैसे रचाए। दे मिलो जान की बात है सियान की चाम के नाम काहे चलाए। क्यों चमड़े दे सिक्के चलाई जाना, दे दे उदी सीता वापस, तू रख के की करनी। हुण अपनी आई ते आ गया। देखो कलम शाब्दिक चित्रण कितना कर रहे हैं गुरु साहब। गुरु साहब कह रहे हैं, कहते हैं कि बाबरी रांड क्या भांड बातें बके, पागल जनानी बकवास करी जा रही है इन्नी देर दी। देखो उन्हां दे शब्दां दी चोण, जदों उहदा चित्रण करैक्टर है तो उहदे लफ्ज़ जिहड़े है एप्रोप्रीएट। हुण रावण बोल रहा है, कहंदा रावण कहंदा बाबरी रांड क्या भांड बातें बके, रंग से राम का छोड़ रासा, काढ़ हो बान बांस दै बाकी, देखियो आज ताको तमाशा। 20 बाहंग धरंग शीस दसंग सिरण, सैन संभू में संग मेरे, भाज जय है कहाँ बाट पै है ओ हम मारे हो बाज जैसे बटेरे। 20 मेरियां बावां हैं 10 मेरे सिर है, फौजां मेरे नाल है, भज के जाएगा कित्थे, इदां रगड़ांगा जिद्दां बटेरा रगड़दा, बटेरे नूं बाज रगड़दा। बिल्कुल जी। सो मेरा मतलब जिहड़ा जिहदा एप्रोप्रीएट करैक्टर कहानी लिखी, और कहंदे राम कथा जुग जुग अटल। 100 तो वध रामायण हैगियां, और भावें मलेशिया है, इंडोनेशिया है, कई जगह राम की कहानी वख-वख रूपां चलती है, वख-वख लिखारी है। सो गुरु साहब ने कहा राम कथा जुग जुग अटल, ये नहीं मिट सकती, ये मिटेगी नहीं, पिटा के भी नहीं मिट सकता। पर हुण कनकलूड कर रहे राम अवतार, कहते राम और रावण की कहानी बड़ी सोहनी है, बहुत वधिया है, जंग भी बड़ा वधिया, पर साध असाध जानो नहीं, बात सुबाद विवाद। साध की है तो साध की है, ये विवाद का विषय मैं झगड़े च नहीं पैंदा। साध असाध जानो नहीं, बात सुबाद विवाद, ग्रंथ सगल पूरन की हो भगवत कृपा प्रसाद। अगली लाइन सवैया पाए गए जबते तुमरे तपते को आंख तेरे नहीं आने हो। राम रहीम पुराण कुरान अनेक कहें, मत एक ना मान्यो। सिमरत शाह, मतलब मकसद ये है लिखण दा। बिल्कुल जी। मकसद जिहड़ा है गुरु साहब दा सारा इष्ट कौन है, उहदी कहानी उष्टलिष्टिका अलंकार है। किसी के हवाले अज अगर मैं इत्थे दसना है तो मैं लोकली अमेरिका च मैं ट्रंप की तो हिलरी की गल करके हवाला देंगा ना, किसी को कुछ चीज़ समझानी हैगी। सो उन्हां दे जे उत्थे दे सिख उसदा सीगा। पर गुरु साहब दा कमाल है, छोटे छोटे लफ्ज़ां दे विच जिहड़े उन्होंने आदेश, जिहड़े उन्होंने प्रिंसीपल्स देते, एक लफ्ज़ गुरु साहब दा और उस यूनीवर्सल है। वो कहंदे खड़ग हाथ जिन तजो
ਇਹ ਵੀ ਚਰਿੱਤਰੋਂ ਵਾਖਿਆਂ ਚੋਂ ਹੈ। ਖੜਗ ਹਾਥ ਜਿਨ ਤਜੋ, ਜਿਸ ਬੰਦੇ ਦੇ ਹੱਥ ਦਾ ਤਲਵਾਰ ਦੇ ਦਸਤੇ ਤੋਂ ਹੱਥ ਹਟ ਜਾਏਗਾ, ਬਿਲਕੁਲ ਜੀ। ਨਾ ਮੂਵ ਯੋਰ हैंड फिस्ट फ्रॉम द हिल्ट ऑफ द स्वॉर्ड, खड़ग हाथ जिन तजो खड़ग धारा सहो, फिर तलवार ਤੁਹਾਡੇ ਸਿਰ ਤੇ ਡਿੱਗੇਗੀ। ਬਿਲकुल जी बिल्कुल। ਫਿਰ ਇੱਕ ਲਾਈਨ ਹੋਰ ਹਾਂਜੀ। ਗੁਰੂ ਸਾਹਿਬ ਕਹਿ ਰਹੇ ਕਹਿੰਦੇ ਏਕ ਮਦੀ, ਇੱਕ ਸ਼ਰਾਬੀ ਹੋਏ, ਦੂਜੇ ਤਰਨ, ਦੂਜੀ ਜਵਾਨੀ ਹੋਏ, ਤੀਜੇ ਅਤ ਧਨ ਧਾਮ, ਇੱਕ ਜਵਾਨ ਹੋਏ, ਸ਼ਰਾਬੀ ਹੋਏ, ਘਰ ਘਾਟ ਚੰਗਾ ਹੋਏ। ਗੁਰੂ ਸਾਹਿਬ ਏਕ ਮਦੀ, ਦੂਜੇ ਤਰਨ, ਤੀਜੇ ਅਤ ਧਨ ਧਾਮ, ਪਾਪ ਕਰੇ ਬਿਨ ਕਿਉਂ ਬਚੇ, ਬਚੇ ਬਚਾਵੇ ਰਾਮ। ਇਹ ਤਾਂ ਵਾਹਿਗੁਰੂ ਬਚਾ ਸਕਦਾ ਹੈ। ਇਹ ਮਕਸਦ ਹੈ, ਇਹ ਆਦੇਸ਼ ਹੈ ਉਹਨਾਂ ਇਨਸਾਨਾਂ, ਸਾਡੇ ਵਰਗੇ ਜਾਨਵਰ ਰੂਪੀ ਪਸ਼ੂਆਂ ਰੂਪੀ ਇਨਸਾਨਾਂ ਨੂੰ ਅਕਾਲ ਪੁਰਖ ਨਾਲ ਮਿਲਾ ਕੇ ਆਪਣਾ ਰੂਪ ਦੇ ਦੇਣਾ, ਆਪਣਾ ਸਾਰਾ ਕੁਝ ਵਾਰ ਦੇਣਾ। ਇਸ ਮਕਸਦ ਲਈ ਉਹ ਸਾਰੀ ਬਾਣੀ ਦੀ ਰਚਨਾ। ਬਿਲਕੁਲ ਜੀ। ਇਹ ਮਨ 'ਚ ਸਵਾਲ ਤੇ ਬਹੁਤ ਉੱਠਦੇ ਪਏ ਸਨ, ਤੇ ਪਰ ਤੁਸੀਂ ਜਦੋਂ ਗੱਲਾਂ ਕਰਦੇ ਸੀ ਉਹਨਾਂ ਸਵਾਲਾਂ ਤੇ ਪੜਦੇ ਪਈ ਜਾਂਦੇ ਦਾਨੇ 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 ਦਾਨੇ